ਜੀ ਬਾਈ ਜੀ ਕਿੱਥੋਂ ਆਏ ਹੋ ਜੀ? ਰੋਪੜ ਸਰ। ਬਾਈ ਜੀ ਤੁਸੀਂ ਜਸਟਿਨ ਟਰੂਡੋ ਦਾ ਫੜਿਆ ਹੋਇਆ ਜੀ ਇੱਥੇ ਪੋਸਟਰ ਆਪਣੇ ਇਸ ਅੰਦੋਲਨ ਦੇ ਵਿੱਚ ਤੇ ਭਾਰਤ ਸਰਕਾਰ ਕਹਿ ਰਹੀ ਹੈ, ਉਹਨੇ ਵੀ ਟਵੀਟ ਕੀਤਾ ਹੈ ਸੀ ਕਿ ਭਾਰਤ ਸਰਕਾਰ ਕਹਿ ਰਹੀ ਹੈ ਵੀ ਤੂੰ ਸਾਡੇ ਇਹਦੇ ਵਿੱਚ ਦਖਲ ਨਾ ਦੇ, ਜੇ ਤੂੰ ਦਖਲ ਦੇਗਾ ਤਾਂ ਆਪਣੇ ਸੰਬੰਧ ਵਿਗੜ ਸਕਦੇ ਆ। ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋਗੇ ਜੀ? ਸਰ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਆਪਾਂ ਇੱਕ ਕੰਟਰੀ 'ਚ ਰਹਿ ਰਹੇ ਹਾਂ ਜਿੱਥੇ ਆਪਣਾ ਕਨਸਟੀਟਿਊਸ਼ਨ ਲਿਖਿਆ ਗਿਆ ਹੈ ਤੇ ਆਪਾਂ ਡਿਮੋਲਿਸ਼ ਕੀਤਾ ਗਿਆ ਆਪਣਾ ਕਨਸਟੀਟਿਊਸ਼ਨ ਹੀ। ਮੈਂ ਉਹਦਾ ਹੀ ਪੋਸਟਰ ਬੈਨਰ ਫੜਿਆ ਕਿ ਮੈਂ ਥੈਂਕਸ ਕਰਦਾ ਕਿ ਉੱਥੇ ਕੈਨੇਡਾ 'ਚ ਆਪਣੇ ਕਨਸਟੀਟਿਊਸ਼ਨ ਨੂੰ ਵੀ ਉੱਥੇ ਇੱਕ ਤਰ੍ਹਾਂ ਦਾ ਫੋਲੋ ਕਰ ਰਹੇ ਆ ਉਹ ਆਪਣੇ ਕਨਸਟੀਟਿਊਸ਼ਨ ਨੂੰ। ਟਰੂਡੋ ਆਪ ਗਿਆ ਵੈਂਕੂਵਰ ਰੈਲੀ ਵਿੱਚ ਫਾਰਮਰ ਪ੍ਰੋਟੈਸਟ ਨੂੰ ਹੌਸਲਾ ਦੇਣ ਲਈ। ਮੈਂ ਉਰੇ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਤੁਸੀਂ ਟੈਰਰਿਸਟ ਨਹੀਂ ਹੈ ਇੱਕ ਤਰ੍ਹਾਂ ਦੇ, ਅਸੀਂ ਨਾ ਸਾਡੇ ਕੋਲ ਅਸੀਂ ਵਾਇਲੈਂਸ ਯੂਜ਼ ਕਰ ਰਹੇ ਹਾਂ ਨਾ ਕਿਸ ਤਰ੍ਹਾਂ ਸਾਡਾ ਕੋਈ ਹਾਰਮ ਕਿਸੇ ਨੂੰ ਪਹੁੰਚਾ ਰਹੇ ਹਾਂ। ਇੱਕ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ ਇੱਕ ਆਪਣਾ, ਉਹ ਵੀ ਸਾਡੇ ਹੱਕ ਖੋਏ ਜਾ ਰਹੇ ਸਾਤੋਂ ਕਿਉਂ? ਇਹ ਕੁਐਸਚਨ ਬਹੁਤ ਬੜਾ ਕੁਐਸਚਨ ਸਰ। ਇਹ ਇੱਕ ਤਰ੍ਹਾਂ ਦਾ ਸਾਡੇ ਕਾਨੂੰਨ ਵਿੱਚ ਹੀ ਲਿਖਿਆ ਗਿਆ ਹੈ ਕਿ ਅਸੀਂ ਆਪਣਾ ਪੀਸਫੁਲ ਪ੍ਰੋਟੈਸਟ ਕਰ ਸਕਦੇ ਹਾਂ, ਉਹੀ ਸਾਤੋਂ ਖੋਏ ਜਾ ਰਹੇ ਹਨ। ਇਸੇ ਲਈ ਮੈਂ ਆਪਣਾ ਬੈਨਰ ਫੜਿਆ ਸਰ ਇਹ ਵੀ ਉੱਥੇ ਪੰਜਾਬੀਆਂ ਨੇ ਪ੍ਰੋਟੈਸਟ ਕੀਤਾ ਤੇ ਉਹ ਬਹੁਤ ਪੀਸਫੁਲੀ ਕੀਤਾ ਤੇ ਟਰੂਡੋ ਨੇ ਸਮਰਥਨ ਦਿੱਤਾ ਤੇ ਆਪਣੀ ਸਰਕਾਰ ਨੇ ਇਸ ਦੇ ਉਲਟ ਟਰੂਡੋ ਨੂੰ ਕਿਹਾ ਕਿ ਇਹ ਤੂੰ ਸਾਡੇ ਦਖਲ ਦੇ ਵੀ ਇਹ ਸਾਡੇ ਪਰਸਨਲ ਪ੍ਰੋਬਲਮ ਜਾਂ ਸਾਡੀ ਕੰਟਰੀ ਦੀ ਪ੍ਰੋਬਲਮ ਹੈ ਇੱਕ ਤਰ੍ਹਾਂ ਦੀ। ਇਹਨੂੰ ਇੱਕ ਕੰਟਰੀ ਦੀ ਪ੍ਰੋਬਲਮ ਨਹੀਂ, ਇੰਟਰਨੈਸ਼ਨਲ ਪ੍ਰੋਬਲਮ ਸਰ ਇੱਕ ਤਰ੍ਹਾਂ ਦੀ। ਕਿਸਾਨ ਇਕੱਲਾ ਇੰਡੀਆ 'ਚ ਨਹੀਂ ਰਹਿੰਦਾ ਜਾਂ ਪੰਜਾਬ 'ਚ ਨਹੀਂ ਰਹਿੰਦਾ, ਬਾਹਰਲੀ ਕੰਟਰੀਜ਼ 'ਚ ਵੀ ਰਹਿੰਦਾ ਕਿਸਾਨ। ਉੱਥੇ ਵੀ ਉੱਥੇ ਅਧਿਕਾਰ ਮਿਲ ਰਹੇ ਹੈ ਲੋਕਾਂ ਨੂੰ ਕਿ ਪੀਸਫੁਲ ਪ੍ਰੋਟੈਸਟ ਕਰ ਸਕਦੇ ਹੈ। ਤੇ ਸਾਡੀ ਕੰਟਰੀ 'ਚ ਕੀ ਹੈ ਇੱਕ ਤਰ੍ਹਾਂ ਦਾ ਕਿਹਾ ਸਭ ਤੋਂ ਬੜਾ ਸੰਵਿਧਾਨ ਕਿਹਾ ਜਾਂਦਾ ਇੰਡੀਆ ਦਾ, ਤਾਂ ਉੱਥੇ ਇਹ ਜਿਹੀ ਵਾਇਲੈਂਸ ਹੋਈ ਜਾਂਦੀ ਹੈ, ਹਿਊਮਨ ਰਾਈਟਸ ਦੀ ਵਾਇਲੇਸ਼ਨ ਇੱਕ ਤਰ੍ਹਾਂ ਦੀ ਸਰ ਇਹ। ਭਾਜੀ ਤੁਹਾਨੂੰ ਕਿਉਂ ਲੱਗਦਾ ਕਿ ਇਹ ਤਾਨਾਸ਼ਾਹੀ ਹੈ, ਲੋਕਤੰਤਰ ਨਹੀਂ ਹੈਗਾ ਜੀ? ਬਿਲਕੁਲ ਜੀ, ਤੁਹਾਡੇ ਸਾਹਮਣੇ ਹੈ ਜੀ। ਦੇਖੋ ਅੱਜ ਜਿਹੜੇ ਕਿਸਾਨ ਤੁਹਾਡੇ ਸਾਹਮਣੇ ਸੜਕਾਂ ਤੇ ਰੁਲ ਰਿਹਾ, ਇੱਕ ਤਾਨਾਸ਼ਾਹੀ ਬਿਲਕੁਲ ਰਵੱਈਆ ਜਿਹੜਾ ਸਰਕਾਰ ਦਾ ਉਹ ਆ ਰਿਹਾ ਸਾਹਮਣੇ। ਆ ਸਾਡੇ ਹੱਥਾਂ ਦੇ ਵਿੱਚ ਕੀ ਹੈਗਾ, ਅਸੀਂ ਇਹਨੂੰ ਹਥਿਆਰ ਮੰਨਦੇ ਆ। ਸਾਡਾ ਹਥਿਆਰ ਹੈਗਾ ਕਿ ਅਸੀਂ ਲਿਖ ਕੇ ਪ੍ਰੋਟੈਸਟ ਕਰ ਰਹੇ ਆ ਤੇ ਦੁਨੀਆ ਭਰ ਦੇ ਵਿੱਚ ਆਪਣਾ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਕਿ ਜੋ ਇੰਡੀਆ ਦੀ ਜਿਹੜੀ ਸਰਕਾਰ ਹੈਗੀ ਆ ਉਹ ਡਿਕਟੇਟਰਸ਼ਿਪ ਦਾ ਕੰਮ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਰ ਰਹੀ ਆ। ਉਹ ਬਿਲਕੁਲ ਧੱਕਾ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਹੋ ਰਿਹਾ ਜੀ। ਬਾਈ ਜੀ ਤੁਸੀਂ ਆ ਜੀਓ ਦਾ ਇਹਨੂੰ ਲਿਖਿਆ ਹੋਇਆ ਕਿ ਜੀਓ ਤੇ ਐਫਬੀ ਨੂੰ ਵੀ लोग इन्हू ना यूज कर रहे हैं, इनका मेन कारण रहेगा जियो मार्ट देश की नई दुकान। जियो मार्ट देश की नई दुकान, ये सर हमारा जो थर्ड बिल है एसेंशियल कमोडिटी एक्ट, जरूरी वस्तें ऑर्डिनेंस शोध बिल, उसके रिगार्डिंग है। उसमें सर गवर्नमेंट ने क्या प्रोविज़न बनाई है, उसमें यह है कि जो ये किसान से सीधा जितना भी मतलब कि स्टॉक उठाएंगी उसको अपनी मर्जी से अनलिमिटेड स्टोरेज वो कर सकती है। जब वो एक लिमिटेड स्टोरेज अब तक किसान करता था, उसके लिए एक लिमिटेड स्टोरेज थी, अब अनलिमिटेड स्टोरेज ये कर सकते हैं, जिससे जब प्राइस बढ़ेगा मतलब कि डिमांड मंडी में बढ़ेगी, मार्केट में डिमांड आएगी, लेकिन वो अपना जो भी उनकी सप्लाई है वो रोक दें, जिससे प्राइस है वो इंक्रीज़ हो जाएंगे। तो उससे क्या है कि जो छोटे दुकानदार हैं, अभी इनका लास्ट में अभी आपको देखने में सामने आएगा कि जियो और फेसबुक का लास्ट में अभी समझौता हुआ है, जिसके अगेंस्ट ये सारा माल किसानों से सीधा उठाएंगे और जो छोटे दुकानदार हैं उनको अपनी मर्जी से सप्लाई करेंगे, जिससे छोटे दुकानदार जो आड़ती भी हैं उनको सभी को बहुत बड़ा नुकसान होने वाला है। ये किसानों की लड़ाई नहीं है, ये पूरे एक आम व्यक्ति से लेके ऊपर तक सभी की लड़ाई बन चुकी है, जो कि ये बिल बहुत ही ज़्यादा खतरनाक हैं, जिनका आने वाले टाइम में हम सभी को ही भुगतान करना पड़ेगा। इसलिए हम इसका बड़े शांतिपूर्वक ढंग से यहाँ पे विरोध कर रहे हैं कि इनको गवर्नमेंट वापस करे और जो भी किसान है ये अपने घरों को जाएं। यहाँ पे हमारे 4 से 5 बंदे हमारे यहाँ पे बल्कि दम तोड़ चुके हैं। इतनी कड़ाके की ठंड में हमारे 80-80, 90-90 साल के बुजुर्ग हैं जो यहाँ पे ठंड में बैठे हैं। और अभी आप देखिए लास्ट में आपने देखा होगा कि हमारे तारन से एक हमारे 22 साल की उम्र है उनकी, वो पाकिस्तान की गोली से शहीद हो गए। किसके लिए? देश के लिए, कि वो देश की ज़मीन को कोई हमारा और कोई मुल्क उसको हड़प ना कर सके, उसके लिए वो बंदा वहाँ पे गोली खा रहा है। और उसके पिताजी यहाँ पे ये पुलिस की डांगे अथरू गैस के गोले सह रहे हैं। और जिस दिन उस बच्चे की शहीदी हुई है, उस हमारे भाई की शहीदी हुई है, उस दिन उसके पिताजी यहाँ पे धरने पे थे। तो इससे बड़ी बात और क्या हो सकती है? ये हमें बोलते हैं कि खालिस्तानी है। 84% हमने देश की आज़ादी के लिए कुर्बानियाँ दी हैं, उसके बाद आज भी हम कुर्बानियाँ दे रहे हैं। लेकिन आपके सामने एक जो सलूक हमारे साथ किसानी कर रही है, यह सरकार कर रही है किसानी के साथ, तो हम इन बिलों का विरोध करते हैं
और आपके मीडिया के माध्यम से हम इन्हें बता देना चाहते हैं कि ये बिल जो कि बहुत ही मारू नीतियों के साथ आपने हमारे ऊपर लागू किए हैं, इनका आपको वापस लेना ही होगा और इन किसानों की मांगें माननी होंगी। बस सर इतनी हमारी बेनती है। हम आपका भी बहुत धन्यवाद करते हैं जो कि सच्ची बात हमारी इस जो भी ये देख रहे हैं, आपका चैनल देख रहे हैं, उन तक पहुंचा रहे हैं। आपका बहुत बहुत धन्यवाद।